ਵਿਨਿੰਗ ਪੰਜਾਬ ਦਾ ਵਿਸ਼ੇਸ਼ ਪ੍ਰੋਗਰਾਮ ਸਵੇਰ ਸਾਰ ਲੈ ਕੇ ਮੈਂ ਆਪਦੇ ਰੂਬਰੂ ਹਾਂ। ਗੱਲ ਕਰਾਂਗੇ ਬੀਤੇ ਦਿਨ ਹੋਈਆਂ ਕੁਝ ਅਹਿਮ ਘਟਨਾਵਾਂ ਦੀ। ਕੱਲ ਸਭ ਤੋਂ ਦੁਖਦਾਈ ਘਟਨਾ ਜਿਹੜੀ ਹੈ ਭਾਰਤ ਦੇ ਇਤਿਹਾਸ ਵਿੱਚ ਇਹ ਮੰਨੀ ਜਾਏਗੀ ਕਿ ਕੱਲ ਭਾਰਤ ਦੇ ਪਹਿਲੇ CDS ਬਿਪਨ ਰਾਵਤ ਅੰਤਮ ਛੋੜਾ ਦੇ ਗਏ। ਬਿਪਨ ਰਾਵਤ ਦੇ ਨਾਲ ਹੀ ਨਾਲ ਅਸੀਂ ਗੱਲ ਕਰਾਂਗੇ ਸੁੱਚਾ ਸਿੰਘ ਛੋਟੇਪੁਰ ਦੀ, ਗੱਲ ਕਰਾਂਗੇ ਲਾਲ ਸਿੰਘ ਹੋਣਾ ਦੀ ਤੇ ਗੱਲ ਕਰਾਂਗੇ ਰਾਘਵ ਚੱਡਾ ਦੀ। ਇਹ ਚਾਰ ਅਹਿਮ ਘਟਨਾਵਾਂ ਇਹਨਾਂ ਵਿਅਕਤੀਆਂ ਨਾਲ ਸੰਬੰਧਿਤ ਜੋ ਬੀਤੇ ਦਿਨ ਹੋਈਆਂ ਨੇ ਉਹਨਾਂ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਖਬਰ ਲਵਾਂਗੇ ਭਾਰਤ ਦੇ ਪਹਿਲੇ CDS ਬਿਪਨ ਰਾਵਤ ਦੇ ਹੋਏ ਹੈਲੀਕਾਪਟਰ ਕ੍ਰੈਸ਼ ਦੀ। ਬਿਪਨ ਰਾਵਤ ਭਾਰਤੀ ਫੌਜ ਦੇ ਜਨਰਲ ਦੇ ਅਹੁਦੇ ਤੇ ਰਹਿ ਚੁੱਕੇ ਨੇ ਔਰ ਦੇਸ਼ ਭਗਤੀ, ਦੇਸ਼ ਦੇ ਪ੍ਰਤੀ ਉਹਨਾਂ ਦੇ ਪਿਆਰ ਸਦਕਾ ਹੀ ਭਾਜਪਾ ਦੀ ਜਿਹੜੀ ਸਰਕਾਰ ਹੈ, ਨਰਿੰਦਰ ਮੋਦੀ ਵਾਲੀ ਸਰਕਾਰ, ਉਹਨਾਂ ਨੇ ਬਿਪਨ ਰਾਵਤ ਨੂੰ CDS ਦਾ ਅਹੁਦਾ ਜਿਹੜਾ ਬਖਸ਼ਿਆ। CDS ਦਾ ਅਹੁਦਾ ਜਿਹੜਾ ਸੀ ਭਾਰਤ ਵਿੱਚ ਸਭ ਤੋਂ ਪਹਿਲਾਂ ਬਿਪਨ ਰਾਵਤ ਨੂੰ ਮਿਲਿਆ। ਹਾਲਾਂਕਿ ਇਸ ਦੀ ਮੰਗ ਜਿਹੜੀ ਆ 1982 ਤੋਂ ਚੱਲਦੀ ਆ ਰਹੀ ਸੀ, ਪਰ ਬਿਪਨ ਰਾਵਤ ਦੀਆਂ ਦੇਸ਼ ਪ੍ਰਤੀ ਸੇਵਾਵਾਂ ਅਤੇ ਹੋਰ ਕੰਮ ਕਾਜ ਨੂੰ ਦੇਖਦੇ ਹੋਇਆ ਨਰਿੰਦਰ ਮੋਦੀ ਸਰਕਾਰ ਨੇ ਬਿਪਨ ਰਾਵਤ ਨੂੰ CDS ਦਾ ਅਹੁਦਾ ਦੇ ਕੇ ਨਵਾਜਿਆ। CDS ਦਾ ਉਹ ਅਹੁਦਾ ਕਿ ਜਿਹੜਾ ਤਿੰਨੇ ਭਾਰਤੀ ਫੌਜਾਂ ਦੇ ਮੁਖੀਆਂ ਤੋਂ ਵੀ ਉੱਪਰ ਹੈ ਔਰ ਸਮੁੱਚੀ ਕਮਾਨ ਜਿਹੜੀ ਫੌਜ ਦੀ ਹੈ, ਚਾਹੇ ਨੇਵੀ ਹੋਵੇ, ਏਅਰਫੋਰਸ ਹੋਵੇ ਜਾਂ ਪੈਦਲ ਫੋਰਸ ਹੋਵੇ, ਸਾਰੀ ਉਹ CDS ਦੇ ਹੱਥ ਹੁੰਦੀ ਹੈ। ਤਾਂ CDS ਦਾ ਅਹੁਦਾ ਜਿਹੜਾ ਹੈ ਪਹਿਲਾਂ ਬਿਪਨ ਰਾਵਤ ਨੂੰ ਦਿੱਤਾ ਗਿਆ। ਤਾਂ ਕੱਲ ਬਿਪਨ ਰਾਵਤ ਹੋਣੀ ਆਪਣੀ ਪਤਨੀ ਤੇ 14 ਆਪਣੇ ਮੈਂਬਰਾਂ ਦੇ ਨਾਲ ਤਾਮਿਲਨਾਡੂ ਦੇ ਕੰਨੂਰ ਜਿਹੜਾ ਸੀ ਇਲਾਕਾ, ਉੱਥੇ ਲੰਘ ਰਹੇ ਸੀ ਉਹਨਾਂ ਦਾ ਹੈਲੀਕਾਪਟਰ। ਤਾਂ ਉੱਥੇ ਉਹਨਾਂ ਦਾ ਹੈਲੀਕਾਪਟਰ ਜਿਹੜਾ ਉਹ ਕ੍ਰੈਸ਼ ਹੋ ਗਿਆ ਤੇ ਜਿਸ ਵਿੱਚ ਮੌਕੇ ਤੇ ਹੀ ਜਿਹੜਾ ਇਹਨਾਂ ਦੀ ਮੌਤ ਜਿਹੜੀ ਆ ਉਹ ਹੋ ਗਈ। ਇਹ ਦੁਖਦਾਈ ਸਮਾਚਾਰ ਜਿਹੜਾ ਸੀ ਹਵਾਈ ਜੋ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਮੁਤਾਬਕ ਆਪਣੇ ਬਿਪਨ ਰਾਵਤ ਹੋਣਾ ਨੇ ਤਾਮਿਲਨਾਡੂ ਦੇ ਕਿਸੇ ਇੱਕ ਮਿਲਟਰੀ ਕਾਲਜ ਦੇ ਵਿੱਚ ਇੱਕ ਲੈਕਚਰ ਜਿਹੜਾ ਸੀ ਉਹ ਦੇਣਾ ਸੀ। ਤਾਂ ਜੋ ਕਿ ਜਿਹੜਾ ਇਹਨਾਂ ਦਾ ਹੈਲੀਕਾਪਟਰ ਸੀ ਉਹ ਸੁਰੱਖਿਆ ਦੇ ਪੱਖੋਂ ਕਾਫੀ ਠੀਕ ਮੰਨਿਆ ਜਾਂਦਾ, ਪਰ ਜਿਸ ਤਰੀਕੇ ਨਾਲ ਆਖਿਆ ਜਾਂਦਾ ਕਿ ਕੋਈ ਪਤਾ ਨਹੀਂ ਤਕਨੀਕੀ ਕਾਰਨ ਜਾਂ ਕੀ ਹੋ ਸਕਦੇ ਜਾਂ ਕਿਸੇ ਮਸ਼ੀਨਰੀ ਵਿੱਚ ਕੀ ਕਾਰਨ ਹੋਣ, ਇਹ ਆਖਿਆ ਜਾਵੇ ਜੋ ਮੁੱਢਲੀਆਂ ਰਿਪੋਰਟਾਂ ਸਾਡੇ ਤੱਕ ਪਹੁੰਚੀਆਂ ਨੇ ਉਸ ਸਮੇਂ ਬਿਪਨ ਰਾਵਤ ਦਾ ਜਿਹੜਾ ਹੈਲੀਕਾਪਟਰ ਹੈ ਉਹ ਕੰਨੂਰ ਦੇ ਇਲਾਕੇ ਵਿੱਚ ਲੰਘ ਰਿਹਾ ਸੀ ਤਾਂ ਜਿੱਥੇ ਬਹੁਤ ਜ਼ਿਆਦਾ ਜਿਹੜੀ ਧੁੰਦ ਹੈ ਉਹ ਪਈ ਹੋਈ ਸੀ। ਤਾਂ ਧੁੰਦ ਪੈਣ ਕਾਰਨ ਹੈਲੀਕਾਪਟਰ ਜਿਹੜਾ ਸੀ ਬਹੁਤ ਨੀਵੀਂ ਉਡਾਨ ਜਿਹੜੀ ਉਹ ਪਾ ਰਿਹਾ ਸੀ ਔਰ ਜਿਸ ਇਲਾਕੇ ਦੇ ਵਿੱਚ ਲੰਘ ਰਿਹਾ ਉਹ ਪੂਰਾ ਇਲਾਕਾ ਜਿਹੜਾ ਜੰਗਲ ਵਰਗਾ ਹੈ, ਜਿੱਥੇ ਫਿਰ ਇਹ ਹਵਾਈ ਜਿਹੜਾ ਹੈਲੀਕਾਪਟਰ ਆ ਇਹ ਕ੍ਰੈਸ਼ ਹੁੰਦਾ ਔਰ ਜਦੋਂ ਕ੍ਰੈਸ਼ ਹੁੰਦਾ ਤਾਂ ਇਹਨੂੰ ਸਿਵਲੀ ਜਿਹੜੀ ਅੱਗ ਜਿਹੜੀ ਲੱਗ ਜਾਂਦੀ ਆ। ਤਾਂ ਮੌਕੇ ਤੇ ਜਿਹੜੇ ਇਸ ਵਿੱਚ 14 ਲੋਕ ਸਵਾਰ ਹੁੰਦੇ ਆ ਉਹਨਾਂ ਦੀ ਮੌਤ ਜਿਹੜੀ ਹੋ ਜਾਂਦੀ ਆ। ਜੋ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਨੇ ਉਹਨਾਂ ਵਿੱਚ ਬਿਪਨ ਰਾਵਤ ਦੀ ਜੋ ਪਤਨੀ ਹੈ ਉਹ ਵੀ ਉਹਨਾਂ ਦੇ ਨਾਲ ਸੀ ਉਸ ਸਮੇਂ। ਇਸ ਤੋਂ ਇਲਾਵਾ ਭਾਰਤੀ ਸੈਨਾ ਦੇ ਲੈਫਟੀਨੈਂਟ ਕਰਨਲ, ਬ੍ਰਿਗੇਡੀਅਰ, ਲਾਂਸ ਨਾਇਕ ਔਰ ਨਾਇਕ ਵੀ ਇਹਦੇ ਵਿੱਚ 14 ਸਟਾਫ ਜਿਹੜਾ ਸੀ ਉਹ ਬਿਪਨ ਰਾਵਤ ਹੋਣਾ ਦੇ ਨਾਲ ਸੀ। ਤਾਂ ਇਹਨਾਂ ਦੇ ਵਿੱਚ 3 ਬੰਦੇ ਜਿਹੜੇ ਨੇ, 3 ਜਿਹੜੇ ਸ਼ਹੀਦ ਨੇ, ਸ਼ਹੀਦ ਦਾ ਹੀ ਆਪਾਂ ਦਰਜਾ ਦੇਵਾਂਗੇ, 3 ਸ਼ਹੀਦ ਜਿਹੜੇ ਨੇ ਉਹ ਪੰਜਾਬ ਦੇ ਇਲਾਕੇ ਨਾਲ ਸੰਬੰਧਿਤ ਨੇ, ਤਰਨਤਾਰਨ ਦੇ ਕੌਲੀਆਂ ਪਿੰਡ ਨਾਲ ਵੀ ਸੰਬੰਧਿਤ ਹੈ ਔਰ 2 ਹੋਰ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ। ਤਾਂ ਬਿਪਨ ਰਾਵਤ ਦੀ ਇਸ ਮੌਤ ਨੇ ਕਾਫੀ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਨੇ ਕਿ ਸਵਾਲ ਇਸ ਪੱਖ ਤੋਂ ਕਿ ਉਹ ਕਿਹੜੇ ਤਕਨੀਕੀ ਕਾਰਨ ਸਨ ਜਿਸ ਕਾਰਨ ਬਿਪਨ ਰਾਵਤ ਦਾ ਜਿਹੜਾ ਹੈਲੀਕਾਪਟਰ ਉਹ ਕ੍ਰੈਸ਼ ਹੋ ਗਿਆ। ਖੈਰ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ। ਕੱਲ ਦੇਰ ਰਾਤ ਸ਼ਾਮ ਤੱਕ ਕੋਈ ਵੀ ਭਾਰਤ ਦਾ ਮੰਤਰੀ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਇਸ ਸੰਬੰਧੀ ਕੋਈ ਵੀ ਬਿਆਨ ਦੇਣ ਨੂੰ ਤਿਆਰ ਨਹੀਂ ਸੀ। ਈਵਨ ਕਿ ਬਿਪਨ ਰਾਵਤ ਦੀ ਮੌਤ ਦੀ ਪੁਸ਼ਟੀ ਵੀ ਦੇਰ ਰਾਤ ਜਿਹੜੀ ਆ ਉਹ ਕੀਤੀ ਗਈ। ਅੱਜ ਉਹਨਾਂ ਦੀ ਮ੍ਰਿਤਕ ਦੇਹਾਂ ਦਿੱਲੀ ਵਿਖੇ ਲਿਆਂਦੀਆਂ ਜਾ ਰਹੀਆਂ ਨੇ, ਜਿੱਥੇ ਅੰਤਮ ਸਨਮਾਨਾਂ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਿਹੜਾ ਉਹ ਜੱਦੀ ਪਿਸ਼ਤੇ ਨਿਗਾਹ ਉਹਨਾਂ ਦੇ ਕੀਤਾ ਜਾਵੇਗਾ। ਬਿਪਨ ਰਾਵਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਵਿਸ਼ਵਾਸ ਪਾਤਰਾਂ ਵਿੱਚੋਂ ਇੱਕ ਜਿਹੜੇ ਉਹ ਸਮਝੇ ਜਾਂਦੇ ਸਨ। ਉਹਨਾਂ ਦੀ ਬਦੌਲਤ ਹੀ ਉਹਨਾਂ ਨੂੰ ਜਿਹੜਾ ਇਹ ਅਹੁਦਾ ਸੀ ਇਹ ਮਿਲਿਆ ਸੀ। ਬਿਪਨ ਰਾਵਤ ਦੀ ਅਗਰ ਹੋਰ ਗੱਲ ਕਰੀਏ ਤਾਂ ਬਿਪਨ ਰਾਵਤ ਨੇ ਸਖਤ ਫੈਸਲੇ ਲੈਣ ਵਾਲਾ ਫੌਜੀ ਅਧਿਕਾਰੀ ਦੇ ਰੂਪ ਦੇ ਵਿੱਚ ਇਸ ਨੂੰ ਵੇਖਿਆ ਜਾਂਦਾ ਕਿ ਜਿਸ ਨੇ ਕਦੇ ਵੀ ਕੰਪਰੋਮਾਈਜ਼ ਨਾਂ ਦੀ ਕੋਈ ਚੀਜ਼ ਜਿਹੜੀ ਨਹੀਂ ਕੀਤੀ। ਬੀਤੇ ਦੌਰ ਵਿੱਚ ਜਿਸ ਵਕਤ ਉਹ ਫੌਜ ਦੇ ਮੁਖੀ ਸਨ ਤਾਂ ਉਹਨਾਂ ਵੱਲੋਂ ਕੁਝ ਅਹਿਮ ਫੈਸਲੇ ਜਿਹੜੇ ਲਏ ਗਏ, ਜਿਹੜੇ ਦੇਸ਼ ਦੇ ਇਤਿਹਾਸ ਵਿੱਚ, ਦੇਸ਼ ਦੇ
ਸੁਰੱਖਿਆ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖੇ ਜਾਣਗੇ। ਬਿਪਿਨ ਰਾਵਤ ਦੀ ਜਿਹੜੀ ਹਵਾਈ ਹਾਦਸੇ ਵਿੱਚ ਹੋਈ ਮੌਤ ਆ, ਇਸ ਦਾ ਇਹ ਇਕੱਲੇ ਬਹੁਤ ਸਵਾਲ ਖੜੇ ਕਰਦੇ ਆ ਕਿ ਕੀ ਕਾਰਨ ਹਨ। ਪਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਕਈ ਫੌਜੀ ਜਿਹੜੇ ਜਰਨੈਲ ਹਨ ਉਹ ਇਹੋ ਜਿਹੇ ਹਾਦਸਿਆਂ ਦਾ ਜਿਹੜੇ ਉਹ ਸ਼ਿਕਾਰ ਹੋ ਚੁੱਕੇ ਨੇ। ਸਾਬਕਾ ਫੌਜੀ ਮੈਨੂੰ ਯਾਦ ਆ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਲੈਫਟੀਨੈਂਟ ਸੁਰਿੰਦਰਨਾਥ ਹੋਣੀ ਹੁੰਦੇ ਸੀ, ਤਾਂ ਉਹਨਾਂ ਦਾ ਵੀ ਇੱਕ ਵਾਰੀ ਜਦੋਂ ਇੱਕ ਵਾਰੀ ਮਾਫ਼ ਕਰਦਾ 1992-93 ਵਿੱਚ ਉਹਨਾਂ ਦਾ ਵੀ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ ਤੇ ਉਹਨਾਂ ਦੀ ਜਿਹੜੀ ਮੌਤ ਜਿਹੜੀ ਹੋ ਗਈ ਸੀ। ਪਰ ਬਿਪਿਨ ਰਾਵਤ ਦੀ ਹਵਾਈ ਕ੍ਰੈਸ਼ ਜਿਹੜਾ ਹੈਲੀਕਾਪਟਰ ਜਿਹੜਾ ਕ੍ਰੈਸ਼ ਹੁੰਦਾ, ਇਹੋ ਜਿਹਾ ਹੀ ਇੱਕ ਹੋਰ ਕ੍ਰੈਸ਼ ਮੈਨੂੰ ਯਾਦ ਆ ਰਿਹਾ। ਉਹ ਵੀ ਕ੍ਰੈਸ਼ ਬੇਸ਼ੱਕ ਭਾਰਤ ਨਾਲ ਤਾਂ ਸੰਬੰਧਿਤ ਨਹੀਂ, ਪਾਕਿਸਤਾਨ ਨਾਲ ਸੰਬੰਧਿਤ ਸੀ। ਉਹ ਕ੍ਰੈਸ਼ ਸੀ ਜ਼ੀਆ ਉਲ ਹਕ ਦਾ, ਪਾਕਿਸਤਾਨ ਦੇ ਉਸ ਵਕਤ ਦੇ ਰਾਸ਼ਟਰਪਤੀ ਦੇ ਫੌਜ ਦੇ ਮੁਖੀ ਸਨ, ਉਹਨਾਂ ਦਾ ਵੀ ਜਿਹੜਾ ਹਵਾਈ ਜਹਾਜ਼ ਸੀ ਉਸ ਦੇ ਵਿੱਚ 29 ਦੇ ਕਰੀਬ ਲੋਕ ਸ਼ਾਮਲ ਸਨ, ਜਿਹੜੇ ਉੱਚ ਪੱਧਰ ਦੇ ਅਧਿਕਾਰੀ ਸਨ, ਅਮਰੀਕੀ ਅਫਸਰ ਵੀ ਸਨ। ਤਾਂ ਉਹ ਵੀ ਜਿਹੜਾ ਸੀ ਹਵਾਈ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਜ਼ੀਆ ਉਲ ਹਕ ਦਾ, ਉਹ ਵੀ ਬਹੁਤ ਪ੍ਰਸ਼ਨ ਜਿਹੜੇ ਉਹ ਛੱਡ ਗਏ। ਕਈ ਉਹਨਾਂ ਦੇ ਸੰਬੰਧੀ ਜਾਂਚਾਂ ਜਿਹੜੀਆਂ ਹੋਈਆਂ, ਕਈ ਕੁਝ ਹੋਇਆ, ਪਰ ਅੰਤਮ ਸੱਚ ਉਸ ਦਾ ਵੀ ਸਾਹਮਣੇ ਨਹੀਂ ਸੀ ਆਇਆ। ਖੈਰ, ਇਹ ਕੇਵਲ ਔਰ ਕੇਵਲ ਉਹਨਾਂ ਗੱਲਾਂ ਨੂੰ ਹੈ ਕਿ ਜਦੋਂ ਵੀ ਕੋਈ ਦੇਸ਼ ਦਾ ਉੱਚ ਯੋਧਾ, ਉੱਚ ਹੀਰੋ ਇਹੋ ਜਿਹੀ ਮੌਤ ਮਰਦਾ ਹੈ ਤਾਂ ਦੁੱਖ ਹੋਣਾ ਸੁਭਾਵਿਕ ਹੈ। ਖੈਰ, ਜਿਹੜਾ ਵੀ ਇਸ ਧਰਤੀ ਤੇ ਵਿਅਕਤੀ ਆਇਆ ਹੈ, ਜੋ ਵੀ ਜੀਵ ਹੈ, ਉਸਨੇ ਜਾਣਾ ਹੀ ਜਾਣਾ ਹੈ। ਬਿਪਿਨ ਰਾਵਤ ਦੀ ਦੇਸ਼ ਪ੍ਰਤੀ ਸੇਵਾਵਾਂ ਨੂੰ ਯਾਦ ਰੱਖਦਿਆਂ ਹੋਇਆ ਅਦਾਰਾ ਵਿੰਗ ਪੰਜਾਬ ਉਹਨਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ। ਤਾਂ ਇਸ ਹਵਾਈ ਕ੍ਰੈਸ਼ ਵਿੱਚ ਮਾਰੇ ਗਏ ਸਾਰੇ ਸੈਨਿਕਾਂ ਨੂੰ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ। ਹੁਣ ਮੈਂ ਆਪਣੀ ਦੂਜੀ ਖਬਰ ਵੱਲ ਆਉਣਾ। ਅੱਜ ਦੀ ਦੂਸਰੀ ਖਬਰ ਹੈ ਸੁੱਚਾ ਸਿੰਘ ਛੋਟੇਪੁਰ ਦੀ। ਸੁੱਚਾ ਸਿੰਘ ਛੋਟੇਪੁਰ ਇੱਕ ਜਾਣਿਆ ਪਛਾਣਿਆ ਪੰਜਾਬ ਦੀ ਰਾਜਨੀਤੀ ਵਿੱਚ ਉਹ ਚਿਹਰਾ ਜਿਸ ਦੇ ਸੰਬੰਧੀ ਬਹੁਤ ਕੁਝ ਆਖਿਆ ਜਾ ਸਕਦਾ ਹੈ। ਸੁੱਚਾ ਸਿੰਘ ਛੋਟੇਪੁਰ ਦਾ ਰਾਜਨੀਤਿਕ ਕੈਰੀਅਰ ਜਿਹੜਾ ਸੀ ਉਹ 1985 ਦੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ। ਖੈਰ, ਇਹ ਗੱਲ ਆਪਾਂ ਬਾਅਦ 'ਚ ਕਰਦੀ ਛੋਟੇਪੁਰ ਸੰਬੰਧੀ। ਛੋਟੇਪੁਰ ਦੇ ਸੰਬੰਧੀ ਜਿਹੜੀ ਖਬਰ ਦੀ ਗੱਲ ਕਰਦੇ ਉਹ ਆਪਾਂ ਪਹਿਲਾਂ ਕਰਦੇ ਹਾਂ। ਸੁੱਚਾ ਸਿੰਘ ਛੋਟੇਪੁਰ ਹੋਣਾ ਸੰਬੰਧੀ ਅੱਜ ਜੋ ਖਬਰ ਜਿਹੜੀ ਚਰਚਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਉਹ ਅੱਜ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਮਲ ਹੋ ਸਕਦੇ ਨੇ। ਤੇ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਹੁੰਦੇ ਨੇ, ਇਹ ਸੂਤਰਾਂ ਤੋਂ ਮਿਲੀ ਜਾਣਕਾਰੀ ਹੈ, ਤੇ ਨਾਲ ਹੀ ਉਹਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਜਾਵੇਗਾ, ਐਲਾਨ ਦਿੱਤਾ ਜਾਵੇਗਾ। ਇਹ ਅੱਜ ਦੀ ਜਿਹੜੀ ਮਹੱਤਵਪੂਰਨ ਖਬਰ ਹੈ। ਹੁਣ ਅਸੀਂ ਛੋਟੇਪੁਰ ਹੋਣਾ ਦੀ ਜਿਹੜੀ ਸਥਿਤੀ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਸੁੱਚਾ ਸਿੰਘ ਛੋਟੇਪੁਰ ਪੰਜਾਬੀ ਰਾਜਨੀਤੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ। 1985 ਦੇ ਵਿੱਚ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਉਸ ਸਮੇਂ ਪਹਿਲੀ ਵਾਰ ਸੁੱਚਾ ਸਿੰਘ ਛੋਟੇਪੁਰ ਹੋਣਾ ਨੂੰ ਇਹ ਜਿੱਤੇ ਸਨ। ਤਾਂ ਇਹ ਟੂਰਿਜ਼ਮ ਵਿਭਾਗ ਦੇ ਮੰਤਰੀ ਵੀ ਇਹਨਾਂ ਨੂੰ ਬਣਾਇਆ ਗਿਆ। ਫਿਰ ਇਹਨਾਂ ਦਾ ਕੈਰੀਅਰ ਜਿਹੜਾ ਚੱਲਿਆ ਕਾਫੀ ਸਮਾਂ, ਫਿਰ ਇਹ ਮਤਲਬ ਉਸ ਅਕਾਲੀ ਦਲ ਨੂੰ ਟੁੱਟ ਕੇ ਵੀ ਚਲੇ ਗਏ। ਕਾਂਗਰਸ ਵਿੱਚ ਨਹੀਂ ਇਹ ਕਦੇ ਵੀ ਸ਼ਾਮਲ। ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਛੋਟੇਪੁਰ ਹੋਣਾ ਦਾ ਬਹੁਤ ਕਰੀਬੀ ਸੰਬੰਧ ਰਿਹਾ। ਔਰ ਜਿਹੜਾ ਹਲਕਾ ਜਿਹੜਾ ਧਾਰੀਵਾਲ ਹਲਕਾ ਸੀ, ਜਾਂ ਪਹਿਲਾਂ ਹੁਣ ਜੋ ਡੇਰਾ ਬਾਬਾ ਨਾਨਕ ਹਲਕੇ ਵਿੱਚ ਆ ਚੁੱਕਾ, ਉਸ ਹਲਕੇ ਤੋਂ ਇਹ ਸੁੱਚਾ ਸਿੰਘ ਲੰਗਾਹ ਨੂੰ ਜ਼ਬਰਦਸਤ ਟੱਕਰ ਦਿੰਦੇ ਰਹੇ। ਔਰ ਹਮੇਸ਼ਾ 2 ਜਿੱਤਾਂ ਇਹਨਾਂ ਨੇ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਇਹਨਾਂ ਨੇ ਉੱਥੋਂ ਜਿੱਤੀਆਂ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 2002 ਦੀ ਸਰਕਾਰ ਸੀ, ਉਸ ਸਮੇਂ ਛੋਟੇਪੁਰ ਹੋਣੀ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸਨ, ਜੇਤੂ ਉਮੀਦਵਾਰ ਸਨ ਅਤੇ ਆਜ਼ਾਦ ਉਮੀਦਵਾਰ ਬਣ ਕੇ ਜਿੱਤੇ ਸਨ। ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬਹੁਤ ਇਹਨਾਂ ਦਾ ਜਿਹੜਾ ਪਿਆਰ ਸੀ ਉਹ ਰਿਹਾ। ਔਰ ਉਸ ਸਮੇਂ ਦੌਰਾਨ ਇਹਨਾਂ ਨੇ ਬੜੇ ਕੰਮ ਜਿਹੜੇ ਉਸ ਇਲਾਕੇ 'ਚ ਕਰਾਏ। ਪਰ ਅਖੀਰ ਉਹਨਾਂ ਨਾਲ ਵੀ ਇਹ ਜਿਹੜੀ ਕਾਂਗਰਸ ਇਹ ਜੁਆਇਨ ਨਹੀਂ ਕੀਤੀ, ਪਰ ਰਹੀ ਉਹਨਾਂ ਦੇ ਨਾਲ। ਫਿਰ ਉਸ ਤੋਂ ਮਗਰੋਂ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਬਣਦੀ ਹੈ ਉਹ ਅਕਾਲੀ ਦਲ ਦੀ ਸਰਕਾਰ ਬਣਦੀ ਹੈ। ਅਕਾਲੀ ਦਲ ਦੀ ਸਰਕਾਰ ਦੇ ਵਿੱਚ ਫਿਰ ਸੁੱਚਾ ਸਿੰਘ ਲੰਗਾਹ ਹੋਣੀ ਆਉਂਦੇ ਨੇ, ਪਰ ਉਸ ਤੋਂ ਮਗਰੋਂ ਫਿਰ ਸਥਿਤੀਆਂ ਬਦਲੀਆਂ। ਛੋਟੇਪੁਰ ਹੋਣੀ ਆਪਣੇ ਰਾਜਨੀਤਿਕ ਪੰਧ ਨੂੰ ਇਹਨਾਂ ਨੇ ਬਦਲਿਆ ਸੀ ਤੇ ਇਹ ਆਮ ਆਦਮੀ ਪਾਰਟੀ 'ਚ ਚਲੇ ਗਏ। ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸੁੱਚਾ ਸਿੰਘ ਛੋਟੇਪੁਰ ਹੋਣਾ ਦਾ ਜਿਹੜਾ ਕਾਰਜਕਾਲ ਉਹ ਬਹੁਤ ਵਧੀਆ ਰਿਹਾ। ਇਹ ਉੱਥੇ ਸਿਖਰ ਤੇ ਪਹੁੰਚੇ ਸਨ ਪੰਜਾਬ ਇਕਾਈ ਦੇ ਵਿੱਚ। ਪਰ ਅਖੀਰ ਉੱਥੋਂ ਕੁਝ ਲੈਣ ਦੇਣ ਦੇ ਮਸਲੇ, ਕੁਝ ਅਜਿਹੇ ਇਲਜ਼ਾਮ ਲੱਗੇ, ਜਾਂ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਹੋਣਾ ਵੱਲੋਂ ਉਸ ਸਮੇਂ ਜਿਹੜੀ ਰਾਜਨੀਤੀ ਕੀਤੀ ਗਈ, ਸਮਝਿਆ ਜਾਂਦਾ ਕਿ ਇਹਨਾਂ ਨੂੰ ਇੱਕ ਰਾਜਨੀਤੀ ਦਾ ਸ਼ਿਕਾਰ ਬਣਾਇਆ ਗਿਆ ਅਤੇ ਪਾਰਟੀ ਜਿਹੜੀ ਆਮ ਆਦਮੀ ਪਾਰਟੀ 'ਚੋਂ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਤਾਂ ਇਹ ਵੀ ਇੱਕ ਬੜਾ ਮਹੱਤਵਪੂਰਨ ਫੈਕਟਰ ਸੀ 2017 ਦੇ ਵਿੱਚ ਕਿ ਛੋਟੇਪੁਰ ਹੋਣਾ ਨੂੰ ਜਦੋਂ ਆਮ ਆਦਮੀ ਪਾਰਟੀ ਨੇ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾਇਆ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਹੋਂਦ ਹੈ ਪੰਜਾਬ ਦੇ ਵਿੱਚ ਬੜੀ ਹੋਰ ਤਰੀਕੇ ਦੀ ਹੋ ਗਈ।
ਉਸ ਵਕਤ ਫਿਰ ਇਹਨਾਂ ਨੇ ਆਪਣੀ ਪਾਰਟੀ ਬਣਾਈ ਤੇ ਪੰਜਾਬ ਵਿੱਚ ਚੋਣਾਂ ਵੀ ਲੜੀਆਂ। ਬੇਸ਼ੱਕ ਉਹਨਾਂ ਚੋਣਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਹੁਣੀ ਕੋਈ ਖਾਸ ਪ੍ਰਦਰਸ਼ਨ ਨਹੀਂ ਸਨ ਕਰ ਸਕੇ ਤਾਂ ਨਾ ਹੀ ਹੋ ਸਕਦਾ ਸੀ, ਪਰ ਫਿਰ ਵੀ ਇੱਕ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਔਰ ਲੋਕਾਂ ਦੇ ਇਹ ਇੱਕ ਮੈਸੇਜ ਗਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰਵਿਰਤੀ ਹੈ ਉਹ ਹਮੇਸ਼ਾ ਵਰਤਣ ਦੀ ਰਹੀ ਹੈ, ਵਰਤ ਕੇ ਮਾਫ ਕਰਦਾ ਕਿ ਇਹ ਪਾਰਟੀ ਜਿਹੜੀ ਹੈ ਵਰਤ ਕੇ ਲੋਕਾਂ ਨੂੰ ਬਾਹਰ ਦਾ ਰਸਤਾ ਵਿਖਾ ਲੈਂਦੀ ਹੈ ਤੇ ਛੋਟੇਪੁਰ ਹੁਣੀ ਇਸੇ ਦੇ ਸ਼ਿਕਾਰ ਹੋਏ ਹਨ। ਤਾਂ ਛੋਟੇਪੁਰ ਹੁਣੀ ਘਰ ਬੈਠ ਕੇ, ਪਰ ਉਸ ਸਮੇਂ ਇਹ ਗੱਲ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਕਿ ਛੋਟੇਪੁਰ ਹੁਣਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਅੰਦਰੋਂ ਅੰਦਰੀ ਹੱਥ ਮਿਲਾ ਲਿਆ, ਜਿਸ ਕਾਰਨ ਉਹਨਾਂ ਨੇ ਅੰਦਰੋਂ ਅੰਦਰੀ ਆਮ ਆਦਮੀ ਪਾਰਟੀ ਨੂੰ ਭਾਰੇ ਪੱਧਰ ਤੇ ਨੁਕਸਾਨ ਪਹੁੰਚਾਇਆ। ਸੋ ਇਹ ਗੱਲਾਂ ਬੀਤੇ ਦੌਰ ਦੀਆਂ ਹਨ। ਅੱਜ ਜੋ ਖਬਰ ਜਿਹੜੀ ਹੈ ਉਹ ਅਸੀਂ ਸਾਂਝੀ ਕਰ ਚੁੱਕੇ ਹਾਂ। ਛੋਟੇਪੁਰ ਹੁਣਾਂ ਦਾ ਅਕਾਲੀ ਸਫਾ ਦੇ ਵਿੱਚ ਜਾਂ ਬਟਾਲਾ ਵਿਧਾਨ ਸਭਾ ਹਲਕੇ ਦੇ ਲੱਗਦੇ ਪਿੰਡਾਂ ਦੇ ਵਿੱਚ ਕਾਫੀ ਆਧਾਰ ਜਿਹੜਾ ਉਹ ਮੰਨਿਆ ਜਾਂਦਾ। ਤਾਂ ਅਕਾਲੀ ਦਲ ਇਸ ਵੇਲੇ ਬਟਾਲਾ ਦੇ ਵਿੱਚ ਆਪਣਾ ਉਮੀਦਵਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜਿਹੜੇ ਸਿਟਿੰਗ MLA ਨੇ ਅਕਾਲੀ ਦਲ ਦੇ ਤੋਂ ਲਖਵੀਰ ਸਿੰਘ ਲੋਧੀ ਨੰਗਲੋਣੀ, ਉਹਨਾਂ ਦਾ ਹਲਕਾ ਬਦਲ ਕੇ ਉਹ ਜਿਹੜਾ ਉਹ ਫਤਿਹਗੜ੍ਹ ਚੂੜੀਆਂ ਭੇਜ ਦਿੱਤਾ ਜਾ ਚੁੱਕਾ ਹੈ। ਤਾਂ ਇਹ ਹਲਕਾ ਇਸ ਵੇਲੇ ਅਕਾਲੀ ਦਲ ਵੱਲੋਂ ਖਾਲੀ ਹੈ, ਜਿੱਥੇ ਸਮਝਿਆ ਜਾਂਦਾ ਕਿ ਇੱਥੇ ਇੰਦਰ ਸੇਖੜੀ ਉਹ ਵੀ ਉਮੀਦਵਾਰ ਅਕਾਲੀ ਦਲ ਦੇ ਹੋ ਸਕਦੇ ਨੇ। ਹੋਰ ਵੀ ਕੁਝ ਸੂਚੀਆਂ ਸਾਵਾਂ ਸਨ, ਜਿਨ੍ਹਾਂ ਵਿੱਚ ਸੁਖਬੀਰ ਸਿੰਘ ਵਾਲਾ ਇਹੋ ਜਿਹੇ ਨਾਮ ਸਨ, ਰਮਨਦੀਪ ਸੰਧੂ ਇਹੋ ਜਿਹੇ ਨਾਮ ਸਨ, ਪਰ ਅਜੇ ਤੱਕ ਬਟਾਲਾ ਜਿਹੜੀ ਵਿਧਾਨ ਸਭਾ ਹਲਕਾ ਇਹਦੀ ਉਮੀਦਵਾਰੀ ਜਿਹੜੀ ਅਕਾਲੀ ਦਲ ਵੱਲੋਂ ਅਜੇ ਘੋਸ਼ਿਤ ਨਹੀਂ ਕੀਤੀ ਗਈ। ਤਾਂ ਇੱਕ ਕਿਸਮ ਨਾਲ ਇਹ ਇੱਕ ਹੌਟ ਸੀਟ ਬਣਦੀ ਜਾ ਰਹੀ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਸਮਝਿਆ ਜਾਂਦਾ ਸੀ ਕਿ ਇੱਥੋਂ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਆ ਉਹ ਵੀ ਅਕਾਲੀ ਦਲ ਵਿੱਚ ਜਾ ਸਕਦੇ ਸਨ। ਅਕਾਲੀ ਦਲ ਨੇ ਉਹਨਾਂ ਨੂੰ ਸ਼ਾਇਦ ਇੱਥੋਂ ਟਿਕਟ ਦੇਣ ਦਾ ਵਾਅਦਾ ਵੀ ਕੀਤਾ ਸੀ, ਪਰ ਉਹ ਸਥਿਤੀਆਂ ਇਸ ਤਰੀਕੇ ਨਾਲ ਬਦਲੀਆਂ। ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਅਸ਼ਵਨੀ ਸੇਖੜੀ ਨੂੰ ਬੁਲਾ ਕੇ ਉਹਨਾਂ ਤੋਂ ਸੁਲ੍ਹਾ ਸਫਾਈ ਕੀਤੀ ਗਈ, ਉਹਨਾਂ ਦੇ ਰੋਸੇ ਦੂਰ ਕਰਕੇ ਉਹਨਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਤਾਂ ਇੱਕ ਤਰੀਕੇ ਨਾਲ ਉਹਨਾਂ ਦਾ ਅਕਾਲੀ ਦਲ ਵਿੱਚ ਜਾਣ ਦਾ ਰਸਤਾ ਜਿਹੜਾ ਉਹ ਬੰਦ ਹੋ ਗਿਆ। ਤਾਂ ਉਸ ਤੋਂ ਮਗਰੋਂ ਉਹਨਾਂ ਦਾ ਭਰਾ ਇੰਦਰ ਕੁਮਾਰ ਸੇਖੜੀ ਵੀ ਇਸ ਇਲਾਕੇ ਤੋਂ ਉਹ ਤਾਂ ਅਕਾਲੀ ਦਲ ਦੇ ਪਾਰਟੀ ਜੁਆਇਨ ਕਰ ਚੁੱਕੇ ਨੇ ਤੇ ਇੱਕ ਆਪਣੇ ਆਪ ਤੋਂ ਤਗੜੇ ਦਾਅਵੇਦਾਰ ਮੰਨਦੇ ਪਏ ਨੇ। ਪਰ ਅਜੇ ਤੱਕ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਵੀ ਇਸ ਸੰਬੰਧੀ ਕੋਈ ਫੈਸਲਾ ਨਹੀਂ ਸੀ ਕੀਤਾ ਗਿਆ। ਪਰ ਅੱਜ ਜੋ ਸੂਤਰਾਂ ਤੋਂ ਸਾਨੂੰ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਹ ਇਹੋ ਹੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੁਣੀ ਅੱਜ ਅਕਾਲੀ ਦਲ ਨੂੰ ਜੁਆਇਨ ਕਰਨਗੇ ਤੇ ਅਕਾਲੀ ਦਲ ਨੂੰ ਜੁਆਇਨ ਕਰਨ ਉਪਰੰਤ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਉਹਨਾਂ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐਲਾਨਿਆ ਜਾਵੇਗਾ। ਹੁਣ ਛੋਟੇਪੁਰ ਹੁਣੀ ਐਲਾਨੀਆਂ ਉਮੀਦਵਾਰ ਜਦੋਂ ਐਲਾਨੇ ਜਾਂਦੇ ਨੇ ਤਾਂ ਮਗਰੋਂ ਕੀ ਉਹ ਅਕਾਲੀ ਦਲ ਵਾਸਤੇ ਕਿਹੋ ਜਿਹਾ ਰੋਲ ਨਿਭਾਉਣਗੇ, ਜਾਂ ਅਕਾਲੀ ਦਲ ਨੂੰ ਇਹ ਸੀਟ ਜਿਤਾ ਸਕਣਗੇ ਜਾਂ ਨਹੀਂ ਜਿਤਾ ਸਕਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕਿਉਂਕਿ ਬਟਾਲਾ ਵਿਧਾਨ ਸਭਾ ਹਲਕਾ ਜਿਹੜਾ ਮੁੱਖ ਰੂਪ ਵਿੱਚ ਹਿੰਦੂ ਵਰਗ ਨਾਲ ਇਹ ਸੀਟ ਜਿਹੜੀ ਮੰਨੀ ਜਾਂਦੀ ਹੈ। ਤਾਂ ਇੱਥੋਂ ਕਦੇ ਜਗਦੀਸ਼ ਸਾਨੀ ਜਿੱਤੇ ਰਹੇ, ਕਦੇ ਸ਼੍ਰੀ ਸੇਖੜੀ ਜਿੱਤੇ ਰਹੇ ਨੇ, ਲੋਧੀ ਨੰਗਲ ਹੁਣੀ ਕੇਵਲ ਇੱਕ ਵਾਰ ਜਿਹੜੇ ਉਹ ਜਿੱਤੇ ਨੇ। ਤਾਂ ਸੋ ਬੀਤੇ ਦਾ ਇਤਿਹਾਸ ਦੇਖੀਏ ਹਮੇਸ਼ਾ ਇੱਥੇ ਹਿੰਦੂ ਵਰਗ ਦੀ ਪ੍ਰਤੀਨਿਧਤਾ ਕਰਨ ਵਾਲਾ ਹੀ ਵਿਅਕਤੀ ਜਿਹੜਾ ਉਹ ਸੀਟ ਜਿਹੜੀ ਉਸ ਨੂੰ ਮਿਲਦੀ ਰਹੀ ਤੇ ਉਹ ਹੀ ਜਿੱਤ ਰਿਹਾ। ਜਗਦੀਸ਼ ਸਾਨੀ ਹੁਣੀ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਚੋਂ ਜਿੱਤੇ ਰਹੇ ਨੇ। ਖੈਰ ਛੋਟੇਪੁਰ ਹੁਣਾਂ ਦੀ ਆਪਣੀ ਨਿੱਜੀ ਸ਼ਖਸੀਅਤ ਦੇ ਆਧਾਰ ਸਦਕਾ ਇਹ ਹੁਣ ਵੇਖਿਆ ਜਾਏਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਿਹੋ ਜਿਹਾ ਆਪਣਾ ਪ੍ਰਭਾਵ ਵਿਖਾਉਂਦੇ ਨੇ ਜਾਂ ਆਪਣੀ ਸਥਿਤੀ ਕਿਹੋ ਜਿਹੀ ਦਰਸਾਉਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੀਸਰੀ ਖਬਰ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਸੰਬੰਧਿਤ ਹੈ। ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣੀ ਪਾਰਟੀ ਜਿਹੜੀ ਆ ਉਹ ਬਣਾ ਚੁੱਕੇ ਨੇ, ਪੰਜਾਬ ਲੋਕ ਕਾਂਗਰਸ ਪਾਰਟੀ। ਮਹਾਰਾਣੀ ਪ੍ਰਨੀਤ ਕੌਰ ਹੁਣੀ ਬੇਸ਼ੱਕ ਉਹਨਾਂ ਦੇ ਦਫ਼ਤਰ ਖੋਲ੍ਹਣ ਸਮੇਂ ਉਹਨਾਂ ਦੇ ਨਾਲ ਨਹੀਂ ਸਨ ਦਿਖਾਈ ਦਿੱਤੇ, ਪਰ ਅੰਦਰੋਂ ਅੰਦਰੀ ਉਹ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਪੂਰਨ ਤੌਰ ਤੇ ਜੁੜੇ ਹੋਏ ਹਨ। ਤਾਂ ਇਹ ਸਾਰੀ ਸਥਿਤੀ ਦੇ ਵਿੱਚ ਕੱਲ ਜਿਹੜੇ ਇੱਕ ਸੀਨੀਅਰ ਲੀਡਰ ਨੇ ਲਾਲ ਸਿੰਘ ਹੁਣੀ, ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਔਰ ਪ੍ਰਨੀਤ ਕੌਰ ਹੁਣਾਂ ਦਾ ਜਿਹੜਾ ਜ਼ਬਰਦਸਤ ਜਿਹੜਾ ਵਿਰੋਧ ਕੀਤਾ ਗਿਆ। ਲਾਲ ਸਿੰਘ ਹੁਣੀ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਖਾਸਮ ਖਾਸ ਸਮਝੇ ਜਾਂਦੇ ਸਨ, ਪਰ ਕੱਲ ਜਿਸ ਤਰੀਕੇ ਨਾਲ ਲਾਲ ਸਿੰਘ ਹੁਣਾਂ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਹੁਣਾਂ ਨੂੰ ਨਿਸ਼ਾਨੇ ਤੇ ਲਿਆ, ਤਾਂ ਬਹੁਤ ਕੁਝ ਅਜਿਹੇ ਜਿਹੜੇ ਪ੍ਰਸ਼ਨ ਉਹ ਛੱਡ ਗਏ ਨੇ ਕਿ ਵਫਾਦਾਰੀਆਂ ਕਿਸ ਤਰੀਕੇ ਨਾਲ ਬਦਲ ਜਾਂਦੀਆਂ ਨੇ। ਕਹਿਣ ਨੂੰ ਤਾਂ ਇਹ ਕਿਹਾ ਜਾਂਦਾ ਕਿ ਅਸੀਂ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰ ਹਾਂ, ਨਾ ਕਿ ਕੈਪਟਨ ਦੇ ਪ੍ਰਤੀ। ਇਹੋ ਜਿਹੀਆਂ ਸਟੇਟਮੈਂਟਾਂ ਜਸਪ੍ਰੀਤ ਸਿੰਘ ਡਿੰਪੇ ਨੇ ਵੀ ਦਿੱਤੀਆਂ। ਜਸਪ੍ਰੀਤ ਸਿੰਘ ਡਿੰਪਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸਮਝੇ ਜਾਂਦੇ ਸਨ, ਪਰ ਉਹਨਾਂ ਵੱਲੋਂ ਵੀ ਬੀਤੇ ਸਮੇਂ ਦੇ ਵਿੱਚ ਵਿਰੋਧ ਕੀਤਾ ਗਿਆ। ਤਾਂ ਆਹ ਇੱਕ ਜਿਹੜਾ ਆਪਾਂ ਪੋਸਟ ਵਿਖਾ ਰਹੇ ਕੈਪਟਨ ਫਾਰ 2022, ਇਹ ਉਹੀ ਲਾਲ ਸਿੰਘ ਹੁਣਾਂ ਨੇ ਛਪਾਇਆ ਸੀ ਕੁਝ ਸਮਾਂ ਪਹਿਲਾਂ। ਤੇ ਕੱਲ ਉਹ ਪਟਿਆਲਾ ਵਿਖੇ ਲਾਲ ਸਿੰਘ ਹੁਣੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਵਰਤੇ ਨਜ਼ਰ ਆਏ।
ਬਹੁਤ ਮੁਕਲਦਾ ਸ਼ਬਦ ਜਾਂ ਇਹੋ ਜਿਹੇ ਸ਼ਬਦ ਕਹਿ ਕੇ ਬੀਤੇ ਦੌਰ ਵਿੱਚ ਕਾਂਗਰਸ ਪਾਰਟੀ ਨੇ ਜੋ ਕੁਝ ਉਹਨਾਂ ਨੂੰ ਬਖਸ਼ਿਆ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਕਿਸ ਤਰੀਕੇ ਨਾਲ ਉਹਨਾਂ ਨੂੰ ਨਕਾਰ ਕੇ ਕਾਂਗਰਸ ਪਾਰਟੀ ਦੇ ਖਿਲਾਫ ਜੋ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਲਾਲ ਸਿੰਘ ਨੇ ਉਹਨਾਂ ਨੂੰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਤਗੜੇ ਵਾਰ ਕੀਤੇ, ਤਗੜੇ ਬਿਆਨ ਕੀਤੇ। ਤਾਂ ਪਟਿਆਲਾ ਖੇਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਹੜਾ ਉਹਨਾਂ ਦਾ ਆਪਣਾ ਜੱਦੀ ਹਲਕਾ ਭਾਰੇ ਵਿਰੋਧ ਦਾ ਜਿਹੜਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ, ਜੋ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਕਈ ਤਰ੍ਹਾਂ ਦੀਆਂ ਗੰਭੀਰ ਸਥਿਤੀਆਂ ਨੂੰ ਪੈਦਾ ਵੀ ਕਰ ਸਕਦਾ ਹੈ। ਸੋ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਹੁਣ ਜਿਹੜੀ ਆਖਰੀ ਖਬਰ ਹੈ ਉਹ ਬਹੁਤ ਮਹੱਤਵਪੂਰਨ ਖਬਰ ਆ, ਉਹ ਹੈ ਰਾਘਵ ਚੱਡਾ ਹੋਣਾ ਦੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਮਾਹੌਲ ਜਿਹੜਾ ਗਰਮਾਇਆ, ਪੂਰਨ ਤੌਰ ਤੇ ਗਰਮਾਇਆ ਹੋਇਆ, ਹਰ ਪਾਰਟੀ ਦੂਜੇ ਤੇ ਇਲਜ਼ਾਮ ਲਗਾ ਰਹੀ ਹੈ, ਅਕਾਲੀ ਦਲ, ਆਮ ਆਦਮੀ ਪਾਰਟੀ ਦਾ, ਆਮ ਆਦਮੀ ਕਾਂਗਰਸ ਦੇ, ਕਾਂਗਰਸ ਉਹਦੇ ਤੇ। ਸੋ ਇਹ ਇੱਕ ਇਲਜ਼ਾਮਾਂ ਦਾ ਦੌਰ ਜਿਹੜਾ ਚੱਲਦਾ ਪਿਆ। ਤੇ ਬੀਤੇ ਦਿਨ ਰਾਘਵ ਚੱਡਾ ਹੋਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਔਰ ਕਾਂਗਰਸ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਇਹਨਾਂ ਦੇ ਵਿਚਕਾਰ ਇੱਕ ਗੁਪਤ ਸਮਝੌਤਾ ਹੋਇਆ, ਜਿਹਦੇ ਅਨੁਸਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਇੱਕ ਟਰੱਕ ਦੇ ਮਸਲੇ ਦੇ ਵਿੱਚ ਇੱਕ ਮਾਮਲਾ ਬੜਾ ਮਾਮੂਲੀ ਧਾਰਾਵਾਂ ਦੇ ਤਹਿਤ ਦਰਜ ਕੀਤਾ ਜਾਵੇਗਾ, ਫਿਰ ਉਹਨਾਂ ਦੀ ਇੱਕ ਅੱਧੇ ਦਿਨ 'ਚ ਗ੍ਰਿਫਤਾਰੀ ਕਰਕੇ ਤੇ ਅਗਲੇ ਦਿਨ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਜਾਵੇਗਾ। ਇਹ ਰਾਘਵ ਚੱਡਾ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ। ਇਸ ਦਾ ਜਵਾਬ ਜਿਹੜਾ ਫਿਰ ਦਿੰਦੇ ਆ ਉਹਨਾਂ ਨੇ ਵੀ, ਅਕਾਲੀ ਦਲ ਨੇ ਵੀ, ਬਰਾੜ ਨੇ ਕਿਹਾ ਕਿ ਤੁਹਾਨੂੰ ਸਮਝੌਤਾ ਤਾਂ ਇੱਦਾਂ ਲੱਗਦਾ ਕਿ ਜਿਵੇਂ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਹੋਇਆ। ਹੁਣ ਰਾਘਵ ਚੱਡਾ ਹੋਣਾ ਵੱਲੋਂ ਇਹਨਾਂ ਬਿਆਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨੀ ਕੁ ਸੱਚਾਈ ਨਹੀਂ, ਇਹ ਤਾਂ ਕੇਵਲ ਅਕਾਲੀ ਦਲ ਜਾਂ ਆਪਣੇ ਆਮ ਆਦਮੀ ਮਾਫ ਕਰਦਾ ਕਾਂਗਰਸ ਜਾਣਦੀ ਹੈ। ਪਰ ਰਾਘਵ ਚੱਡਾ ਹੋਣਾ ਦੇ ਜਿਹੜੇ ਬਿਆਨ ਅੱਜ ਕੱਲ੍ਹ ਆਮ ਆਦਮੀ ਦੇ ਪਾਰਟੀ ਦੇ ਜਿਹੜੇ ਬਿਆਨ ਆ ਰਹੇ ਨੇ ਇਹਨਾਂ ਦੇ ਨੇਤਾਵਾਂ ਵੱਲ, ਉਹ ਬੜੇ ਹਾਸੋਹੀਣੇ ਜਿਹੇ ਬਿਆਨ ਆ ਰਹੇ। ਕਦੇ ਭਗਵੰਤ ਮਾਨ ਦਾ ਬਿਆਨ ਆ ਜਾਂਦਾ, ਭਗਵੰਤ ਮਾਨ ਕਹਿੰਦਾ ਜੀ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਤੇ ਫਿਰ ਤੁਹਾਨੂੰ ਅਸੀਂ ਪੈਸੇ ਵੀ ਦੇਵਾਂਗੇ, ਅਹੁਦਾ ਵੀ ਦੇਵਾਂਗੇ। ਭਗਵੰਤ ਮਾਨ ਕੋਈ ਸਬੂਤ ਵਜੋਂ, ਪਰ ਉਹ ਭਗਵੰਤ ਮਾਨ ਜਿਹੜਾ ਗੱਲ ਤੇ ਸਬੂਤ ਪੇਸ਼ ਕਰ ਦਿੰਦਾ, ਇਸ ਮਸਲੇ ਤੇ ਅੱਜ ਤੱਕ ਉਹ ਇੱਕ ਵੀ ਉਸ ਤੋਂ ਮਗਰੋਂ ਕੋਈ ਪ੍ਰਮਾਣ ਜਿਹੜਾ ਉਹ ਪੇਸ਼ ਨਹੀਂ ਕਰ ਸਕਿਆ ਕਿ ਹਾਂ ਭਾਈ ਜੇ ਤੁਹਾਨੂੰ ਫੋਨ ਆਇਆ ਵਿਖਾਓ, ਕੋਈ CD ਕੋਈ ਰਿਕਾਰਡਿੰਗ ਦਿਖਾ ਦਿਓ ਕਿ ਆਪਣੇ ਬੰਦੇ ਕੋਲ ਰਿਕਾਰਡਿੰਗ ਕਰਾ ਦਿਓ, ਪਰ ਕੁਝ ਵੀ ਉਹ ਅੱਜ ਤੱਕ ਪੇਸ਼ ਨਹੀਂ ਕਰ ਸਕੇ। ਹੁਣ ਦੂਜਾ ਜਿਹੜਾ ਸੱਪ ਆ ਉਹ ਰਾਘਵ ਚੱਡਾ ਨੇ ਕੱਢ ਮਾਰਿਆ ਕਿ ਜੇਕਰ ਇਹੋ ਜਿਹੀਆਂ ਗੱਲਾਂ ਦੀ ਖਬਰ ਆ ਰਹੀ ਹੈ ਤਾਂ ਫਿਰ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਕੀ ਕਾਂਗਰਸ ਪਾਰਟੀ ਜਿਹਾ ਸਮਝੌਤਾ ਕਿਉਂ ਕਰੂਗੀ ਕਿ ਇੱਕ ਉਹਦਾ ਜੇਕਰ ਉਹਨਾਂ ਫੜਨਾ ਹੀ ਹੈ ਤਾਂ ਅਕਾਲੀ ਦਲ ਦੀ ਇਸ ਮਸਲੇ ਤੇ, ਮਾਫ ਕਰਨਾ, ਕਾਂਗਰਸ ਪਾਰਟੀ ਦੀ ਇਸ ਮਸਲੇ ਤੇ ਇੰਨੀ ਕਿਰਕਰੀ ਹੋ ਰਹੀ ਹੈ, ਹਰ ਬੰਦਾ ਅਕਾਲੀ ਦਲ ਨੂੰ ਘੇਰਦਾ ਪਿਆ ਤੇ ਅਕਾਲੀ ਦਲ ਆਪਣੇ ਵਾਅਦੇ ਤੋਂ, ਮਾਫ ਕਰਨਾ, ਕਾਂਗਰਸ ਆਪਣੇ ਵਾਅਦੇ ਤੋਂ ਮੁੱਕਰੀ ਹੈ। ਇਸ ਡਰੱਗ ਦੇ ਮੁੱਦੇ ਨੂੰ ਲੈ ਕੇ 2017 ਦੇ ਵਿੱਚ ਕਾਂਗਰਸ ਨੇ ਸਰਕਾਰ ਬਣਾਈ ਤੇ ਅਜੇ ਤੱਕ ਕੈਪਟਨ ਜਾਂ ਚਰਨਜੀਤ ਸਿੰਘ ਚੰਨੀ ਬਿਕਰਮ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੇ। ਤਾਂ ਫਿਰ ਇਹੋ ਜਿਹਾ ਡਰਾਮਾ ਜੇਕਰ ਕਰੂਗੀ ਕਾਂਗਰਸ ਪਾਰਟੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੂਗੀ, ਉਹ ਵੀ ਚੋਣਾਂ ਦੇ ਮਾਹੌਲ, ਜਦੋਂ ਚੋਣਾਂ ਬਿਲਕੁਲ ਸਿਰ ਤੇ ਨੇ ਤੇ ਇਹੋ ਜਿਹਾ ਮਾਹੌਲ ਸਿਰਜ ਕੇ ਅਕਾਲੀ ਦਲ ਨੂੰ ਉਹ ਫਾਇਦਾ ਕਿਉਂ ਦੇਗੀ? ਇਹ ਬੜੇ ਕੁਝ ਗੰਭੀਰ ਪ੍ਰਸ਼ਨ ਨੇ ਜਿਹੜੇ ਰਾਘਵ ਚੱਡਾ ਵਰਗੇ ਬੰਦਿਆਂ ਦੀ ਬੁੱਧੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੰਦੇ ਨੇ। ਠੀਕ ਹੈ, ਇਲਜ਼ਾਮ ਲਾਉਣੇ ਚਾਹੀਦੇ ਨੇ, ਇਲਜ਼ਾਮ ਲਾਓ ਵੀ, ਪਰ ਇਲਜ਼ਾਮ ਉਹ ਲਾਓ ਜਿਹੜੇ ਲੋਕਾਂ ਨੂੰ ਜਿਹੜੇ ਹਜ਼ਮ ਹੋ ਜਾਣ। ਹੁਣ ਪੰਜਾਬ ਦੇ ਲੋਕ ਜਾਂ ਭਾਰਤ ਦੇ ਵੋਟਰ ਜਿਹੜੇ ਨੇ ਏਡੇ ਨਿਆਣੇ ਨਹੀਂ ਹੈ ਕਿ ਤੁਹਾਡੇ ਇਹਨਾਂ ਦੀ ਗੱਲਾਂ ਦੇ ਵਿੱਚ ਆਣ ਕੇ ਤੁਹਾਡੀਆਂ ਗੱਲਾਂ ਤੇ ਉਹ ਯਕੀਨ ਕਰਨਗੇ ਜਾਂ ਉਹਨਾਂ ਨੂੰ ਅੰਤਮ ਸੱਚ ਉਹ ਮੰਨ ਲੈਣਗੇ। ਇਹੋ ਜਿਹਾ ਕੁਝ ਵੀ ਨਹੀਂ ਹੈ। ਪੰਜਾਬ ਦੇ ਲੋਕ ਜਾਂ ਭਾਰਤ ਦੇ ਵੋਟਰ ਜਿਹੜੇ ਨੇ ਉਹ ਪੂਰਨ ਤੌਰ ਤੇ ਸਮਝਦਾਰ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਹੁਣ ਬੋਲ ਕੀ ਰਹੇ ਨੇ, ਇਹ ਝੂਠ ਬੋਲਦੇ ਪਏ ਨੇ। ਲੂਣ ਦਾ ਆਟੇ 'ਚ ਤਾਂ ਲੂਣ ਹੋ ਸਕਦਾ, ਕੇਵਲ ਲੂਣ ਨਹੀਂ ਗੁੰਨਿਆ ਜਾ ਸਕਦਾ। ਸੋ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ ਸ਼ਾਇਦ ਇਸ ਵੇਲੇ ਇਹੋ ਜਿਹੀ ਹੈ ਕਿ ਇਹੋ ਜਿਹੇ ਝੂਠੇ ਸਨਸਨੀਖੇਜ਼ ਬਿਆਨ ਲਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਕਿ ਜਿਵੇਂ ਇਨਫੋਰਮੇਸ਼ਨ ਇਹਨਾਂ ਕੋਲ ਹੁੰਦੀ। ਇੱਕ ਵਾਰੀ ਭਗਵੰਤ ਮਾਨ ਹੋਣਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਆਪਣੇ ਅਕਾਲੀ ਦਲ ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਦੁਬਈ 'ਚ ਹੋਈ ਹੈ, ਉੱਥੇ ਬਹੁਤ ਕੁਝ ਇਹੋ ਜਿਹੀਆਂ ਗੱਲਾਂ ਚੱਲਦੀਆਂ। ਖੈਰ ਇਹ ਉਹਨਾਂ ਦਾ ਆਪਣਾ ਵਿਸ਼ਾ ਹੈ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵੋਟਰ ਨੇ ਉਹ ਆਪਣੇ ਆਪਣੇ ਹਿੱਤਾਂ ਦੇ ਪ੍ਰਤੀ ਪੂਰਨ ਤੌਰ ਤੇ ਸੁਚੇਤ ਨੇ। ਉਹਨਾਂ ਨੂੰ ਸੋ ਅਜਿਹੀਆਂ ਗੱਲਾਂ ਕਰਕੇ ਗੁੰਮਰਾਹ ਨਹੀਂ ਕੀਤਾ ਚਾਹੀਦਾ। ਸੋ ਗੱਲ ਜੇ ਹੋਣੀ ਚਾਹੀਦੀ, ਰਾਜਨੀਤੀ ਜੇਕਰ ਹੋਣੀ ਚਾਹੀਦੀ ਤਾਂ ਮੁੱਦਿਆਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਇਲਜ਼ਾਮ ਫਰੋਸ਼ੀ ਦੇ ਆਧਾਰ ਤੇ। ਖੈਰ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇਜਾਜ਼ਤ ਲੈਣਾ। ਸ਼ਾਮ ਨੂੰ ਫਿਰ ਇੱਕ ਵਾਰੀ ਦਰਸ਼ਕਾਂ ਦੇ ਰੂਪ ਹੋਵਾਂਗੇ, ਉਦੋਂ ਤੋਂ ਦਿਓ ਇਜਾਜ਼ਤ। ਦੇਖਦੇ ਰਹੋ ਵਿਨੀਤ ਪੰਜਾਬ।